ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ। ਕੈਨੇਡਾ ਦਾ ਫਾਰਮਾ ਕੇਅਰ ਬਿੱਲ ਹੁਣ ਕਾਨੂੰਨੀ ਬਣ ਚੁੱਕਿਆ ਤੇ ਤੁਹਾਡੇ ਲਈ ਇਸ ਦਾ ਕੀ ਅਰਥ ਹੈ, ਆਓ ਇਸ ਬਾਰੇ ਤੁਹਾਨੂੰ ਦੱਸਦੇ ਹਾਂ। ਕੈਨੇਡਾ ਦਾ ਫਾਰਮਾ ਕੇਅਰ ਬਿੱਲ ਵੀਰਵਾਰ ਨੂੰ ਅਧਿਕਾਰਿਕ ਤੌਰ ਤੇ ਸੈਨੇਟ ਤੋਂ ਪਾਸ ਹੋਣ ਤੇ ਸ਼ਾਹੀ ਮਨਜ਼ੂਰੀ ਮਿਲਣ ਤੋਂ ਬਾਅਦ ਅਧਿਕਾਰਿਕ ਤੌਰ ਤੇ ਹਕੀਕਤ ਬਣ ਗਿਆ। ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਜਲਦੀ ਡਾਇਬਟੀਜ਼ ਅਤੇ ਗਰਭ ਨਿਰੋਧਕ ਗੋਲੀਆਂ ਸਮੇਤ ਹੋਰ ਦਵਾਈਆਂ ਤੱਕ ਪਹੁੰਚ ਹੋਵੇਗੀ ਜੋ ਜ਼ਰੂਰੀ ਮੰਨੀਆਂ ਜਾਂਦੀਆਂ ਨੇ ਅਤੇ ਹਰ ਸਾਲ ਸੈਂਕੜੇ ਜਾਂ ਹਜ਼ਾਰਾਂ ਡਾਲਰ ਤੁਹਾਡੀ ਜੇਬ ਦੇ ਵਿੱਚੋਂ ਖਰਚ ਹੋ ਜਾਂਦੇ ਨੇ। ਹਾਲਾਂਕਿ ਖਾਸ ਸੂਬਾਈ ਸਮਝੌਤੇ ਤੇ ਅਜੇ ਵੀ ਗੱਲਬਾਤ ਚੱਲ ਰਹੀ ਹੈ। ਇਹ ਕਾਨੂੰਨ ਲਿਬਰਲ ਤੇ ਐਨਡੀਪੀ ਵਿਚਕਾਰ ਅਧਿਕਾਰਕ ਰਣਨੀਤੀ ਸਮਝੌਤੇ ਦਾ ਇੱਕ ਵੱਡਾ ਹਿੱਸਾ ਹੈ ਤੇ ਕਿਸੇ ਵੀ ਭਵਿੱਖੀ ਯੂਨੀਵਰਸਲ ਜੋ ਫਾਰਮਾ ਕੇਅਰ ਯੋਜਨਾ ਨੂੰ ਸਿਰਜਣ ਦੇ ਲਈ ਇੱਕ ਢਾਂਚੇ ਨੂੰ ਸਥਾਪਿਤ ਕਰਦਾ ਹੈ। ਅੱਜ ਫਾਰਮਾ ਕੇਅਰ ਬਾਰੇ ਇਸ ਦੇ ਲਈ ਦੇਸ਼ ਦੇ ਵਿੱਚ ਇੱਕ ਮਹੱਤਵਪੂਰਨ ਦਿਨ ਇਸ ਨੂੰ ਮੰਨਿਆ ਗਿਆ ਤੇ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਸ਼ੁੱਕਰਵਾਰ ਨੂੰ ਮੀਡੀਆ ਬਰੀਫਿੰਗ ਦੌਰਾਨ ਇਹ ਗੱਲ ਆਖੀ ਕਿ ਮੈਂ ਇਹ ਨਹੀਂ ਕਹਿਣਾ ਜਾ ਰਿਹਾ ਕਿ ਇਹ ਆਸਾਨ ਸੀ। ਸਦਨ ਅਤੇ ਸੈਨੇਟ ਦੁਆਰਾ ਇਸ ਬਿੱਲ ਨੂੰ ਅਪਣਾਇਆ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਸੀ। ਹੁਣ ਜਦੋਂ ਕਿ ਬਿੱਲ C-64 ਕਾਨੂੰਨੀ ਹੈ, ਫਾਰਮਾ ਕੇਅਰ ਯੋਜਨਾ ਕੁਝ ਖਾਸ ਡਾਇਬਟੀਜ਼ ਇਲਾਜ ਅਤੇ ਇਹਨਾਂ ਸੂਬਿਆਂ ਵਿੱਚ ਗਰਭ ਨਿਰੋਧਕ ਲਈ ਕਵਰੇਜ ਪ੍ਰਦਾਨ ਕਰੇਗੀ ਜੋ ਸੰਘੀ ਸਰਕਾਰ ਦੇ ਨਾਲ ਸਮਝੌਤਾ ਕਰਨ ਤੱਕ ਪਹੁੰਚਦੇ ਨੇ। ਹਾਲੈਂਡ ਦਾ ਕਹਿਣਾ ਹੈ ਕਿ ਇਹ ਸਮਝੌਤਾ ਕੈਨੇਡਾ ਵਿੱਚ 9 ਮਿਲੀਅਨ ਤੱਕ ਔਰਤਾਂ ਅਤੇ ਲਿੰਗ ਵਿਭਿੰਨ ਲੋਕਾਂ ਨੂੰ ਗਰਭ ਨਿਰੋਧਕ ਦੀ ਮੁਫਤ ਪਹੁੰਚ ਪ੍ਰਦਾਨ ਅਤੇ ਪ੍ਰਜਨਨ ਦੀ ਆਜ਼ਾਦੀ ਨੂੰ ਸਮਰਥਨ ਕਰੇਗਾ। ਇਸ ਤੋਂ ਇਲਾਵਾ ਕੈਨੇਡਾ ਵਿੱਚ ਡਾਇਬਟੀਜ਼ ਦੇ ਨਾਲ ਰਹਿ ਰਹੇ ਲੋਕ 3.7 ਮਿਲੀਅਨ ਕੋਲ ਦਵਾਈ ਦੇ ਇੱਕ ਸੂਟ ਤੱਕ ਵਿਆਪਕ ਪਹੁੰਚ ਹੋਵੇਗੀ ਜੋ ਗੰਭੀਰ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਂਦੀਆਂ ਨੇ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੀਆਂ ਨੇ। ਤੇ ਤੁਹਾਨੂੰ ਇਸ ਬਿੱਲ ਬਾਰੇ ਜਾਣਨ ਦੀ ਕਾਫੀ ਜ਼ਰੂਰਤ ਹੈ ਕਿ ਇਸ ਵਿੱਚ ਕੀ ਕੁਝ ਕਵਰ ਕੀਤਾ ਗਿਆ। ਫਾਰਮਾ ਕੇਅਰ ਕਾਨੂੰਨ ਵਿੱਚ ਗਰਭ ਨਿਰੋਧਕ ਅਤੇ ਸ਼ੂਗਰ ਦੀਆਂ ਦਵਾਈਆਂ ਦੇ ਤੱਕ ਵਿਆਪਕ ਪਹੁੰਚ ਸ਼ਾਮਲ ਹੈ, ਜਿਸ ਦਾ ਟੀਚਾ ਭਵਿੱਖ ਵਿੱਚ ਕਵਰ ਕੀਤੀਆਂ ਦਵਾਈਆਂ ਦੀ ਗਿਣਤੀ ਨੂੰ ਵਧਾਉਂਦਾ ਹੈ। ਇਹ ਦਵਾਈਆਂ ਲਈ ਇੱਕ ਯੂਨੀਵਰਸਲ ਫਸਟ ਡਾਲਰ ਕਵਰੇਜ ਫਾਰਮਾ ਕੇਅਰ ਯੋਜਨਾ ਨੂੰ ਵੀ ਲਾਗੂ ਕਰਦਾ ਹੈ, ਮਤਲਬ ਕਿ ਸਰਕਾਰ ਲਾਗਤਾਂ ਦਾ ਪੂਰਾ ਪਹਿਲਾ ਭੁਗਤਾਨ ਕਰਦੀ ਹੈ। ਕਵਰ ਕੀਤੀਆਂ ਗਈਆਂ ਡਾਇਬਟੀਜ਼ ਦਵਾਈਆਂ ਵਿੱਚ ਪਹਿਲੀ ਲਾਈਨ ਇਲਾਜ ਸ਼ਾਮਲ ਨੇ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘਟਾਉਂਦੇ ਨੇ, ਕੈਨੇਡੀਅਨਾਂ ਲਈ ਜ਼ਰੂਰੀ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦੇ ਨੇ ਜਿਵੇਂ ਕਿ ਇਨਸੂਲਿਨ ਜੋ ਕਿ ਟਾਈਪ 1 ਅਤੇ ਟਾਈਪ 2 ਸ਼ੂਗਰ ਵਾਲੇ ਮਰੀਜ਼ਾਂ ਦੁਆਰਾ ਵਰਤੀ ਜਾਂਦੀ ਹੈ। ਉੱਥੇ ਹੀ ਮੈਟਫੋਰਮਿਨ ਜੋ ਟਾਈਪ 2 ਮਰੀਜ਼ਾਂ ਦੇ ਲਈ ਵਰਤੀ ਜਾਂਦੀ ਹੈ। ਟਾਈਪ 3 ਡਾਇਬਟੀਜ਼ ਤੇ ਮਰੀਜ਼ਾਂ ਦੁਆਰਾ ਅਕਸਰ ਇਨਸੂਲਿਨ ਅਤੇ ਮੈਟਫੋਰਮਿਨ ਦੇ ਸੁਮੇਲ ਵਿੱਚ ਵਰਤੀ ਜਾਂਦੀ ਦਵਾਈ ਹੈ ਤੇ ਸਲਫੋਲੂਇਆ ਅਤੇ SGLT2 ਇਨ ਸਮੇਤ ਕਈ ਦਵਾਈਆਂ ਇਸ ਤਰ੍ਹਾਂ ਦੀਆਂ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਤੁਸੀਂ ਕੈਨੇਡਾ ਦੀ ਸਰਕਾਰ ਦੀ ਵੈਬਸਾਈਟ ਤੇ ਕਵਰ ਕੀਤੀ ਡਾਇਬਟੀਜ਼ ਦਵਾਈਆਂ ਦੀ ਪੂਰੀ ਸੂਚੀ ਨੂੰ ਵੀ ਦੇਖ ਸਕਦੇ ਹੋ। ਇਸ ਬਿੱਲ ਵਿੱਚ ਪ੍ਰਜਨਨ ਉਮਰ ਦੇ ਲਗਭਗ 9 ਮਿਲੀਅਨ ਕੈਨੇਡੀਅਨਾਂ ਲਈ ਗਰਭ ਨਿਰੋਧਕ ਤੱਕ ਪਹੁੰਚ ਵੀ ਸ਼ਾਮਲ ਹੈ। ਗਰਭ ਨਿਰੋਧਕ ਦਵਾਈਆਂ ਨੂੰ ਯੂਨੀਵਰਸਲ ਫਾਰਮਾ ਕੇਅਰ ਦੇ ਇਸ ਅਗਲੇ ਪੜਾਅ ਦੇ ਹਿੱਸੇ ਵਜੋਂ ਚੁਣਿਆ ਗਿਆ, ਖਾਸ ਤੌਰ ਤੇ ਕਿਉਂਕਿ ਗਰਭ ਨਿਰੋਧਕ ਤੱਕ ਪਹੁੰਚ ਵਿੱਚ ਸੁਧਾਰ ਸਮਾਨਤਾ ਸੁਧਾਰ ਕਰਦਾ ਤੇ ਇਹ ਅਣਇੱਛਤ ਗਰਭ ਅਵਸਥਾ ਦੇ ਖਤਰੇ ਨੂੰ ਘਟਾਉਂਦਾ ਅਤੇ ਪ੍ਰਜਨਨ ਅਧਿਕਾਰਾਂ ਵਿੱਚ ਸੁਧਾਰ ਕਰਦਾ। ਹੈਲਥ ਕੇਅਰ ਨੇ ਫਰਵਰੀ ਦੀ ਇੱਕ ਮੀਡੀਆ ਰਿਲੀਜ਼ ਦੇ ਵਿੱਚ ਇਹ ਗੱਲ ਆਖੀ ਹੈ। ਗਰਭ ਨਿਰੋਧਕ ਕਵਰੇਜ ਵਿੱਚ ਮੌਖਿਕ ਗਰਭ ਨਿਰੋਧਕ, ਤਾਂਬੇ ਅਤੇ ਹਾਰਮੋਨਸ, IUD ਟੀਕੇ, ਇੰਪਲਾਂਟ, ਰਿੰਗ ਅਤੇ ਸਵੇਰ ਤੋਂ ਬਾਅਦ ਦੀਆਂ ਗੋਲੀਆਂ ਸ਼ਾਮਲ ਨੇ। ਕੈਨੇਡਾ ਸਰਕਾਰ ਦੀ ਵੈਬਸਾਈਟ ਤੇ ਕਵਰ ਕੀਤੀਆਂ ਗਰਭ ਨਿਰੋਧਕ ਦਵਾਈਆਂ ਦੀ ਪੂਰੀ ਸੂਚੀ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਪ੍ਰੋਵਿੰਸ਼ੀਅਲ ਟੈਰੀਟਰੀਜ਼ ਇਸ ਸਮਝੌਤੇ ਦੇ ਉੱਪਰ ਦਸਤਖਤ ਕਰਨਗੇ। ਹੁਣ ਜਦੋਂ ਬਿੱਲ ਕਾਨੂੰਨੀ ਬਣ ਚੁੱਕਿਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੋਵਿੰਸਾਂ ਤੇ ਪ੍ਰਦੇਸ਼ਾਂ ਨੂੰ ਜਲਦੀ ਤੋਂ ਜਲਦੀ ਫਾਰਮਾ ਕੇਅਰ ਸੌਦੇ ਦੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਵਿੱਚ ਭੁਗਤਾਨ ਵੰਡ ਸ਼ਾਮਲ ਹੈ। ਇਹ ਯੋਜਨਾ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਫੈਡਰਲ ਸਰਕਾਰ ਨੂੰ ਦੇਸ਼ ਭਰ ਦੇ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਗੱਲਬਾਤ ਅਤੇ ਸਮਝੌਤਿਆਂ ਤੇ ਦਸਤਖਤ ਕਰਾਉਣੇ ਚਾਹੀਦੇ ਨੇ। ਟਰੂਡੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਇਹ ਗੱਲ ਆਖੀ ਹੈ ਕਿ ਅਸਲੀ ਪ੍ਰਗਤੀ ਪਰ ਹੁਣ ਸਾਨੂੰ ਪ੍ਰਾਂਤਾਂ ਤੇ ਪ੍ਰਦੇਸ਼ਾਂ ਨੂੰ ਮੇਜ਼ ਤੇ ਲਿਆਉਣ ਅਤੇ ਸਾਡੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਦੀ ਜ਼ਰੂਰਤ ਹੈ ਜੋ ਕੈਨੇਡੀਅਨ
ਦਾ ਇੱਕ ਸਮਰਥਨ ਕਰਦੀ ਹੈ ਤੇ ਘਰੇਲੂ ਬਜਟ ਨੂੰ ਜਲਦੀ ਤੋਂ ਜਲਦੀ ਹਟਾਉਂਦੇ ਨੇ। ਟਰੂਡੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਇੱਕ ਗੱਲ ਵਿੱਚ ਆਖੀ, ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀਆਂ ਲਈ ਕਵਰੇਜ ਪ੍ਰਦਾਨ ਕਰਨ ਲਈ ਪਹਿਲਾਂ ਹੀ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਨੇ। ਹਾਲਾਂਕਿ ਇਹ ਕਵਰੇਜ BC ਵਿੱਚ ਦੂਜਿਆਂ ਦੇ ਲਈ ਹੋਣ ਦੀ ਸੰਭਾਵਨਾ ਨਾਲੋਂ ਕੁਝ ਵੱਖਰੀ ਦਿਖਾਈ ਦਿੰਦੀ ਹੈ। ਫੈਡਰਲ ਕਵਰੇਜ ਜਨ ਨਿਰੰਤਰ ਤੇ ਸ਼ੂਗਰ ਦੀਆਂ ਦਵਾਈਆਂ ਦੀ ਸਪਲਾਈ ਲਈ ਹੈ, ਪਰ BC ਦੇ ਸਿਹਤ ਮੰਤਰੀ ਐਂਡਰੀਅਨ ਡਿਕਸਨ ਨੇ ਇਹ ਗੱਲ ਕਿਹਾ ਕਿ ਜਵਾਨੀ ਗਰਭ ਨਿਰੋਧਕ ਪਹਿਲਾਂ ਹੀ ਇੱਕ ਸੂਬਾਈ ਪ੍ਰੋਗਰਾਮ ਅਧੀਨ ਕਵਰ ਕੀਤੇ ਗਏ ਨੇ, ਜੋ ਫੰਡਿੰਗ ਦਾ ਹਿੱਸਾ ਔਰਤਾਂ ਲਈ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਲਾਗਤ ਨੂੰ ਪੂਰੀ ਕਰਨ ਵਿੱਚ ਵਰਤਿਆ ਜਾਂਦਾ ਹੈ। ਹਾਰਮੋਨ ਥੈਰੇਪੀ ਇੱਕ ਡਾਕਟਰੀ ਇਲਾਜ ਹੈ ਜੋ ਮੋਨੋਪੌਜ਼ ਦੇ ਲੱਛਣ ਜਿਵੇਂ ਕਿ ਗਰਮ ਫਲੈਸ਼, ਰਾਤ ਨੂੰ ਪਸੀਨਾ ਆਉਣਾ, ਯੌਨ ਖੁਸ਼ਕੀ ਅਤੇ ਕੁਝ ਕੁ ਮਾਮਲਿਆਂ ਵਿੱਚ ਉਹ ਹੋਰ ਕਈ ਚੀਜ਼ਾਂ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ। ਇਸ ਲਈ ਹਾਰਮੋਨਸ ਹੁੰਦੇ ਨੇ ਤੇ ਅੰਡਕੋਸ਼ ਔਰਤਾਂ ਦੀ ਉਮਰ ਅਤੇ ਮੋਨੋਪੌਜ਼ ਤੱਕ ਪਹੁੰਚਣ ਤੋਂ ਘੱਟ ਕਰਦੇ ਨੇ। ਕੁਝ ਪ੍ਰਾਂਤ ਸੰਘੀ ਯੋਜਨਾ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਅਲਬਰਟਾ ਤੇ ਕਿਊਬਕ ਦੋਵਾਂ ਨੇ ਫਾਰਮਾ ਕੇਅਰ ਤੋਂ ਬਾਹਰ ਹਟਣ ਦੇ ਆਪਣੇ ਇਰਾਦੇ ਨੂੰ ਪ੍ਰਗਟ ਕੀਤਾ ਜੇਕਰ ਇਹ ਲਾਗੂ ਹੁੰਦਾ। ਇਸ ਦੀ ਬਜਾਏ ਕਿ ਪ੍ਰੋਗਰਾਮ ਦੇ ਫੰਡਿੰਗ ਦੇ ਆਪਣੇ ਹਿੱਸੇ ਵਿੱਚ ਆਪਣੇ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾਉਂਦੇ ਨੇ। ਹਾਲੈਂਡ ਨੂੰ ਉਮੀਦ ਹੈ ਕਿ ਇਹ ਜਲਦੀ ਬਦਲ ਦਿੱਤਾ ਜਾਵੇਗਾ। ਇਹ ਆਦਰਸ਼ ਹੈ ਕਿ ਕੋਈ ਇੱਕੋ ਪੰਨੇ ਤੇ ਹੈ, ਪਰ ਸਾਨੂੰ ਉੱਥੇ ਪਹੁੰਚਣ ਲਈ ਹੋਰ ਗੱਲਬਾਤ ਦੀ ਜ਼ਰੂਰਤ ਹੈ। ਹਾਲੈਂਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਵੀਕਾਰ ਕਰਦੇ ਹੋਏ ਕਿ ਸੂਬੇ ਅਤੇ ਪ੍ਰਦੇਸ਼ ਦੇ ਨਾਲ ਗੱਲਬਾਤ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ। ਹਾਲਾਂਕਿ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਅਗਲੇ ਬਸੰਤ ਤੱਕ ਸਾਰੇ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚ ਇਹ ਇਸ ਬਿੱਲ ਵਿੱਚ ਸ਼ਾਮਲ ਹੋ ਜਾਣਗੇ। ਤੇ ਹੁਣ ਦੱਸ ਦਈਏ ਕਿ ਇਸ ਬਿੱਲ ਦਾ ਕਿੰਨਾ ਕੁ ਖਰਚਾ, ਕਿੰਨਾ ਕੁ ਬੋਝ ਪਵੇਗਾ। 2024 ਫੈਡਰਲ ਬਜਟ ਵਿੱਚ ਦੱਸਿਆ ਗਿਆ ਕਿ ਰਾਸ਼ਟਰੀ ਫਾਰਮਾ ਕੇਅਰ ਦੇ ਪਹਿਲੇ ਪੜਾਅ ਦੀ ਲਾਗਤ 2024 ਤੇ 25 ਵਿੱਚ ਸ਼ੁਰੂ ਹੋਣ ਵਾਲੇ 5 ਸਾਲਾਂ ਦੇ ਵਿੱਚ $1.5 ਬਿਲੀਅਨ ਹੋਵੇਗੀ। ਪਾਰਲੀਮੈਂਟਰੀ ਬਜਟ ਦਫ਼ਤਰ PBO ਨੇ 2024 ਤੇ 25 ਲਾਗੂ ਕਰਨ ਦਾ ਪਹਿਲਾ ਪੂਰਾ ਵਿੱਤੀ ਸਾਲ ਵਿੱਚ ਫਾਰਮਾ ਕੇਅਰ ਦੇ ਅਧੀਨ ਕੁੱਲ ਦਵਾਈਆਂ ਦੇ ਖਰਚੇ $33.2 ਬਿਲੀਅਨ ਹੋਣ ਦੇ ਅਨੁਮਾਨ ਲਗਾਇਆ ਸੀ, ਜੋ 2027 ਤੇ 28 ਵਿੱਚ ਵੱਧ ਕੇ $38.9 ਬਿਲੀਅਨ ਹੋ ਜਾਵੇਗਾ। ਪ੍ਰੋਵਿੰਸ਼ੀਅਲ ਡਰੱਗ ਪਲਾਨ ਅਤੇ ਸਿੱਧੇ ਫੈਡਰਲ ਖਰਚਿਆਂ ਦੇ ਨਾਲ-ਨਾਲ ਫਾਰਮਾ ਕੇਅਰ ਸਹਿ ਭੁਗਤਾਨ ਮਾਲੀਏ ਅਤੇ ਯਾਤਰਾ ਸਥਿਤੀ ਖਰਚਿਆਂ ਲਈ ਲੇਖਾ ਜੋਖਾ ਕਰਨ ਤੋਂ ਬਾਅਦ 2024 ਦੇ 25 ਵਿੱਚ ਜਨਤਕ ਤੌਰ ਤੇ ਜਨਤਕ ਖੇਤਰਾਂ ਦੇ ਵਿੱਚ ਜੋ ਫੈਡਰਲ ਤੇ ਸੂਬੇ ਸਰਕਾਰਾਂ ਮਿਲਾ ਕੇ ਵਾਧਾ ਲਾਗਤਾਂ $11.2 ਬਿਲੀਅਨ ਹੋਣ ਦਾ ਅਨੁਮਾਨ ਹੈ। 2027 ਤੇ 28 ਵਿੱਚ ਵੱਧ ਕੇ ਇਹ $13.4 ਬਿਲੀਅਨ ਹੋ ਜਾਵੇਗਾ। ਇਸ ਤਰ੍ਹਾਂ ਰਿਪੋਰਟ ਦੇ ਵਿੱਚ ਦੱਸਿਆ ਗਿਆ। PBO 2024 ਤੇ 25 ਵਿੱਚ $1.4 ਬਿਲੀਅਨ ਦੀ ਡਰੱਗ ਖਰਚਿਆਂ ਉੱਤੇ ਲਾਗਤ ਬਚਤ ਦਾ ਅਨੁਮਾਨ ਲਗਾਇਆ, ਜਿਸ ਨਾਲ ਇਹ ਆંકੜਾ 2027 ਤੇ 28 ਵਿੱਚ $2.2 ਬਿਲੀਅਨ ਹੋ ਜਾਵੇਗਾ। ਹਾਲੈਂਡ ਨੇ ਇਹ ਵੀ ਆਖਿਆ ਕਿ ਕੈਨੇਡਾ ਭਰ ਵਿੱਚ ਇੱਕ ਯੂਨੀਵਰਸਲ ਫਾਰਮਾ ਕੇਅਰ ਸਿਸਟਮ ਸਥਾਪਿਤ ਕਰਨ ਦੀ ਆਪਣੀ ਯੋਜਨਾ ਦਾ ਪਹਿਲਾ ਕਦਮ ਹੈ ਤੇ ਅਗਲੇ ਮਹੀਨੇ ਦੇ ਅੰਦਰ ਆਟਵਾ ਵਿੱਚ ਇੱਕ ਪੂਰੇ ਫਾਰਮਾ ਕੇਅਰ ਪ੍ਰੋਗਰਾਮ ਦੀ ਸਥਾਪਨਾ ਤੇ ਅਗਲੇ ਕਦਮਾਂ ਦੀ ਜਾਂਚ ਕਰਨ ਲਈ ਇੱਕ ਮਾਹਰ ਪੈਨਲ ਨੂੰ ਬੁਲਾਉਣ ਲਈ ਤਿਆਰ ਕੀਤਾ ਗਿਆ। ਕਮੇਟੀ 1 ਸਾਲ ਦੇ ਅੰਦਰ ਸਿਹਤ ਮੰਤਰੀ ਨੂੰ ਆਪਣੀ ਸਿਫਾਰਸ਼ਾਂ ਦੀ ਰਿਪੋਰਟ ਪੇਸ਼ ਕਰੇਗੀ ਕਿ ਕਾਨੂੰਨ ਭਵਿੱਖੀ ਅਤੇ ਯੂਨੀਵਰਸਲ ਫਾਰਮਾ ਕੇਅਰ ਯੋਜਨਾ ਦੀ ਸਿਰਜਣਾ ਬਾਰੇ ਸੂਚਿਤ ਕਰੇਗਾ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣੀ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।